ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡੇ ਨਾਲ ਰਜਿੰਦਰ ਕੌਰ। ਬੁਲਟਨ ਦੀ ਸ਼ੁਰੂਆਤ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ। ਮਾਨਸਾ ਇੱਕ ਸੜਕ ਹਾਦਸੇ ਦੌਰਾਨ ਇੱਕ ਮਜ਼ਦੂਰ ਆਗੂ ਦੀ ਮੌਤ ਹੋ ਗਈ। ਮਜ਼ਦੂਰ ਮੁਕਤੀ ਮੋਰਚੇ ਦੀ ਆਗੂ ਸੀ ਮਲਕੀਤ ਕੌਰ, ਕਿਸਾਨ ਅੰਦੋਲਨ ਤੋਂ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਫਤਿਆਬਾਦ ਨੇੜੇ ਸੜਕ ਹਾਦਸੇ ਦੌਰਾਨ ਮਲਕੀਤ ਕੌਰ ਦੀ ਮੌਤ ਹੋ ਗਈ। 70 ਸਾਲ ਮਲਕੀਤ ਕੌਰ ਦੀ ਉਮਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਈ ਸੀ। ਦਿੱਲੀ ਦੇ ਕਿਸਾਨ ਅੰਦੋਲਨ ਤੋਂ ਵਾਪਸ ਪਲਟ ਰਹੀ ਸੀ ਮਜ਼ਦੂਰ ਮੁਕਤੀ ਮੋਰਚਾ ਦੀ ਆਗੂ 70 ਸਾਲ ਦੀ ਮਲਕੀਤ ਕੌਰ। ਜਦੋਂ ਫਤਿਆਬਾਦ ਦੇ ਨੇੜੇ ਸੜਕ ਹਾਦਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ। ਅੰਦੋਲਨ ਤੋਂ ਵਾਪਸੀ ਦੌਰਾਨ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੇ ਹੀ ਮਲਕੀਤ ਕੌਰ ਦੀ ਮੌਤ ਹੋ ਗਈ। ਬਲਦੇਵ ਸ਼ਰਮਾ ਮਾਨਸਾ ਤੋਂ ਜ਼ਿਆਦਾ ਜਾਣਕਾਰੀ ਦੇ ਨਾਲ ਜੁੜ ਚੁੱਕੇ ਨੇ। ਬਲਦੇਵ, ਜਾਨਣਾ ਚਾਹਾਂਗੇ ਕਦੋਂ ਤੋਂ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਏ ਸਨ ਮਲਕੀਤ ਕੌਰ, ਹੋਰ ਇਹ ਹਾਦਸਾ ਕਦੋਂ ਵਾਪਰਿਆ? ਜੀ ਰਜਿੰਦਰ, ਦੱਸਣਾ ਚਾਹਾਂਗਾ ਕਿ ਮਾਨਸਾ ਜ਼ਿਲ੍ਹੇ ਦੀ 70 ਸਾਲਾ ਮਲਕੀਤ ਕੌਰ ਜੋ ਵਾਰਡ ਨੰਬਰ 7 ਦੀ ਸੀ ਤੇ ਮਜ਼ਦੂਰ ਮੁਕਤੀ ਮੋਰਚੇ ਦੇ ਬੰਦਿਆਂ ਨਾਲ ਦਿੱਲੀ ਅੰਦੋਲਨ ਤੇ ਗਈ ਸੀ ਤੇ 3 ਦਿਨ ਰਹਿਣ ਮਗਰੋਂ ਰਾਤ ਵਾਪਸ ਮਾਨਸਾ ਲੌਟ ਰਹੀ ਸੀ ਕਿ ਫਤਿਆਬਾਦ ਨੇੜੇ ਇੱਕ ਲੰਗਰ ਤੇ ਜਦੋਂ ਉਹ ਰੁਕੇ ਤਾਂ ਤੇਜ਼ ਇੱਕ ਵਹੀਕਲ ਸੀ ਅਣਪਛਾਤਾ, ਉਹਨੇ ਟੱਕਰ ਮਾਰ ਦਿੱਤੀ ਜਿਸ ਨਾਲ ਮਲਕੀਤ ਕੌਰ ਦੀ ਮੌਕੇ ਤੇ ਮੌਤ ਹੋ ਗਈ। ਬੇਸ਼ੱਕ ਹਸਪਤਾਲ ਦੇ ਫਤਿਆਬਾਦ ਦੇ ਵਿੱਚ ਲਾਸ਼ ਰੱਖੀ ਹੋਈ ਹੈ, ਪਰ ਮਜ਼ਦੂਰ ਮੁਕਤੀ ਮੋਰਚੇ ਨੇ ਕਿਹਾ ਕਿ ਜਿੰਨਾ ਚਿਰ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਨਹੀਂ ਮਿਲਦੀ ਉਹਨਾਂ ਚਿਰ ਉਹ ਸੰਸਕਾਰ ਨਹੀਂ ਕਰਨਗੇ। ਫਿਲਹਾਲ ਮਾਨਸਾ ਉਹਨਾਂ ਦੀ ਲਾਸ਼ ਨੂੰ ਨਹੀਂ ਲਿਆਂਦਾ ਗਿਆ ਤੇ ਉੱਥੇ पोस्टमार्टम ਦਾ इंतजार हो रहा है। रजिंदर, कोई प्रशासन या सरकार तरफों कोई बयान आया? क्योंकि क्या जा रहा है कि माली मदद की जाएगी, आर्थिक मदद का ऐलान होएगा ताई संस्कार किया जाएगा। बलदेव, बिल्कुल रजिंदर, फिलहाल किसी प्रशासनिक अधिकारी का बयान नहीं आया जिहदे करके मजदूर मुक्ति मोर्चा जिहड़ा इंतजार कर रहा है उस तो बाद ही पोस्टमार्टम होना है। ठीक, शुक्रिया बलदेव तमाम जानकारी ਲਈ से। ਉਹ 70 ਸਾਲ ਦੀ ਬਜ਼ੁਰਗ महिला जिस दी मौत हो चुकी है सड़क हादसे में। दरअसल दिल्ली किसानी धरने तो वापस परत रही सी फतेहाबाद नेड़े जदों रुके लंगर छकण लई उसे दौरान एक अणपछाते वाहन ने टक्कर मार दिता। 70 साल उम्र मलकीत कौर की दसी जा रही। किसान मुक्ति मोर्चा की ये आगू सी मलकीत कौर। हाले तक संस्कार नहीं होया ते मंग की जा रही है परिवार वालों कि जदों तक प्रशासन वालों सरकार वालों आर्थिक मदद का ऐलान नहीं किया जाता उदों तक मलकीत कौर का संस्कार नहीं किया जाएगा। इस विचाले दिल्ली दियां सरहदां ते किसानां दा अंदोलन लगातार जारी। आज 33वां दिन किसानां दे धरने दा ते सिंघू बॉर्डर विखे आज एक बार फिर किसान जथेबंदियां दे नुमाइंदे जुटणगे। 1 ਵਜੇ ਹੁਣ ਤੋਂ ਕੁਝ ਸਮਾਂ ਬਾਅਦ ਮੀਟਿੰਗ ਹੋਏਗੀ ਕਿਸਾਨ ਆਗੂਆਂ ਦੀ ਕੇਂਦਰ ਦੇ ਨਾਲ। ਕੱਲ ਜਿਹੜੀ ਗੱਲਬਾਤ ਹੋਣੀ, ਹਾਲਾਂਕਿ ਕੇਂਦਰ ਵੱਲੋਂ ਹਲੇ ਗੱਲਬਾਤ ਲਈ ਸਮਾਂ ਰਸਮੀ ਸੱਦਾ ਜਿਹੜਾ ਉਹ ਦਿੱਤਾ ਜਾਣਾ ਹੈ। ਕੇਂਦਰ ਨਾਲ ਗੱਲਬਾਤ ਨੂੰ ਲੈ ਕੇ ਮੰਥਨ ਕੀਤਾ ਜਾਏਗਾ। ਦਰਅਸਲ ਕਿਸਾਨਾਂ ਵੱਲੋਂ ਕੇਂਦਰ ਨੂੰ ਗੱਲਬਾਤ ਲਈ ਕੱਲ ਦਾ ਸਮਾਂ ਦਿੱਤਾ ਗਿਆ ਸੀ। ਕਿਸਾਨਾਂ ਨੇ ਕੇਂਦਰ ਨੂੰ 4 ਸੂਤਰੀ ਏਜੰਡਾ ਵੀ ਭੇਜਿਆ ਸੀ। ਅੱਜ ਕੇਂਦਰ ਵੱਲੋਂ ਸੱਦਾ ਜਿਹੜਾ ਹੈ ਉਹ ਭੇਜਿਆ ਜਾ ਸਕਦਾ ਹੈ। ਹਾਲੇ ਤੱਕ ਰਸਮੀ ਸੱਦਾ ਪਹੁੰਚਿਆ ਨਹੀਂ ਹੈ, ਲੇਕਿਨ ਉਸ ਤੋਂ ਪਹਿਲਾਂ ਆਪਸ ਵਿੱਚ ਜੁਟਣਗੀਆਂ ਕਿਸਾਨ ਜਥੇਬੰਦੀਆਂ ਅਤੇ 4 ਸੂਤਰੀ ਏਜੰਡਾ ਭੇਜਿਆ ਗਿਆ ਹੈ। ਹੁਣ ਸਰਕਾਰ ਦਾ ਕੀ ਰੁਖ ਰਹਿਣ ਵਾਲਾ ਹੈ ਉਸ ਨੂੰ ਲੈ ਕੇ ਇਸ ਤੋਂ ਪਹਿਲਾਂ 5 ਮੀਟਿੰਗਾਂ ਹੋ ਚੁੱਕੀਆਂ ਨੇ। ਇੱਕ ਮੀਟਿੰਗ 6ਵੀਂ ਮੀਟਿੰਗ ਜਿਹੜੀ ਹੈ ਅਮਿਤ ਸ਼ਾਹ ਦੇ ਨਾਲ ਹੋਈ ਸੀ, ਉਹ ਵੀ ਬੇਸਿੱਟਾ ਰਹੀ ਸੀ, ਲੇਕਿਨ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੇਂਦਰ ਸਰਕਾਰ ਦੀ ਅਤੇ ਮਸਲੇ ਦਾ ਹੱਲ ਨਿਕਲੇਗਾ ਇਸ ਉਮੀਦ ਦੇ ਨਾਲ किसान आगू भी कल एक बार फिर मीटिंग करेंगे। हालांकि किस वक्त मीटिंग होगी, केंद्र वालों कौन कौन इस मीटिंग में शामिल होता है, किहड़े किसान आगू इस मीटिंग में शामिल होंगे, हुण तो कुछ समय बाद तस्वीर साफ हो सकती है, लेकिन उस तो पहला किसान आगू जुट रहे ने आपस विच मंथन करन। इस विचाले दिल्ली के मुख्यमंत्री अरविंद केजरीवाल ने न्यूज़ 18 पंजाब नाल एक्सक्लूसिव गलबात दौरान खेती कानूनां ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ। केजरीवाल ने कहा कि सरकार दस ही नहीं पा रही कि कानूनां दे फायदे की ने। असीं कानूनां दी कॉपियां पाड़ के अपना विरोध जताया है। किसानां दी सेवा दी भी सज़ा मिली है अते असीं क्योंकि किसानां दे नाल खड़े होया उन्हां दी हिमायत कीती ते मैनूं नज़रबंद करता गया। ये इल्जाम लाया केंद्र सरकार ते। पंजाब के मुख्यमंत्री कैप्टन अमरिंदर सिंह ते भी निशाना साधे अरविंद केजरीवाल ने। उन्होंने कहा कि कैप्टन का काम मैनू गाला कढ़ना ही है। की कुछ क्या उन्होंने न्यूज़ 18 पंजाब नाल गलबात दौरान वो तुहानूं सुणाया।
में कानून ये क्यों फाड़े? मैं आपसे पूछना चाहता हूं, इस देश का कौन आदमी आज जो गुस्से में नहीं है? इस देश का कौन व्यक्ति है जो ये तस्वीरें, अभी अभी मैंने सोशल मीडिया पे पढ़ा कि कल या परसों में एक और किसान की शहादत हो गई है वहां पे बॉर्डर पे, उसको कार्डियक अरेस्ट हुआ। 40 से ज्यादा किसानों की शहादत हो चुकी है। तो आज तक इस देश के किसानों ने 70 साल में केवल और केवल धोखा ही बर्दाश्त किया है। सभी पार्टियों ने अभी तक किसानों को केवल धोखा दिया। पार्टियां आती थी, कहती थी लोन माफ करेंगे, किसी ने लोन माफ नहीं किए। पार्टियां आती थी, कहती थी नौकरियां देंगे, किसी ने नौकरियां नहीं दी। अब किसान के पास एक जमीन बची है, खेती बची है, वो भी उठा के अगर आप पूंजीपतियों को दे देंगे तो किसान कहां जाएगा? वो अपने बच्चों को कैसे पालेगा? किसी को तो उनके साथ खड़ा होना पड़ेगा। सेवादार की तरह मैं खुद भी जाके सेवा की, हमारे लोग भी सेवा कर रहे हैं। इसकी वजह से ये लोग इतने नाराज हो गए हमसे, ये इतने नाराज हो गए, इन्होंने दिल्ली के मुख्यमंत्री को 2 दिन के लिए नजरबंद कर दिया। सुना है कभी आपने सिटिंग मुख्यमंत्री को नजरबंद करते हुए? मेरा कसूर क्या था? मेरा कसूर यही था कि मैं किसानों के साथ खड़ा हूं। हमें घर से बाहर नहीं निकलने दिया गया, फिजिकली रोका मेरे गया, घर के दरवाजे रोक दिए गए, मेरे घर के दरवाजे रोक दिए गए, मेरे को घर से बाहर नहीं निकलने दिया गया। मैं उस दिन, मेरे को याद है मंगलवार का दिन था, और जिस दिन किसानों ने कुछ ऐलान किया था कि पूरे देश में कुछ करेंगे, उस दिन मैंने प्लान बनाया था कि मैं जाके एक आम आदमी की तरह जमीन पे बैठूंगा, मेरे को कोई स्टेज वेज नहीं, और उनके घंटे पर बैठ के उनके साथ अपना समर्थन जाहिर करूंगा। मुझे बाहर नहीं निकलने दिया गया। मैं कैप्टन साहब को हाथ जोड़ के कहता हूं कि मुझे नहीं पता उनकी मेरे से क्या दुश्मनी है। वो रोज खड़े होकर मेरे को गालियां देते हैं, रोज सुबह उठ के मेरे को गालियां देनी चालू करते हैं। इस समय मैं उन्हें कहना चाहता हूं, मेरे को गाली देने से क्या, ये कानून मैं नहीं लेके आया, उनकी जानकारी के लिए बता दूं, ये कानून केंद्र सरकार लेके आई है। मुझे गाली देने से फायदा नहीं होगा। इस समय मैं उनसे निवेदन करना चाहता हूं, किसानों के साथ खड़े होके, किसानों के साथ मिलके ये लड़ाई लड़ें और केंद्र सरकार को मनाएं कि इन कानूनों को वापस ले। और इस पे चलो तो एक बार फिर दस दिए कि हुण तो कुछ ही समा बाद किसान आगू मीटिंग करन जा रहे ने। सिंघू बॉर्डर विखे मीटिंग होएगी। सिद्धर उमेश शर्मा जुड़ चुके ने। उमेश, 1 बजे मंथन करेंगे किसान, लेकिन हाले तक केंद्र सरकार वालों रस्मी सद्दा भेजा जाना है, उसकी उड़ीक हो रही है, लेकिन उम्मीद की जता रहे ने किसान कल होने वाली, कल जे अगर मीटिंग होंदी है। बिल्कुल रजिंदर, क्योंकि 1 वजे का जो मीटिंग का टाइम रखा किसान जथेबंदियों ने, और ये पंजाब की किसान जथेबंदियों की मीटिंग है, ਉਹਦੇ ਵਿੱਚ सद्दे की जी वेट हो रही है, तो की आगे रणनीति होएगी, की कोई गलबात की चर्चा होएगी या फिर आगे की डिसीजन होएगा, ये सारा कुछ मंथन होएगा, चर्चा होएगी। 1 वजे का टाइम, पहला 2 बजे सीगा, हुण 1 वजे का टाइम रखा गया है। और किसान आगू ने साफ किया कि असीं वेट कर रहे हैं, असीं कभी बातचीत तो नहीं हटे हैं, जिहड़ी साडी मंग है वो सरकार नूं क्लीयर पता है, और सरकार ने भी हमेशा यही गल की है कि असीं भी बातचीत लई हमेशा तैयार हाँ, दरवाजे खुले ने किसानां नाल गलबात करन दे। हुण 1 वजे वाली मीटिंग ते सारिਆਂ ਦੀ निगाह है कि किसान जथेबंदियां दी जिहड़ी चर्चा होएगी, किहड़े उत्थे आगे रणनीति की तैयार की जाएगी, क्योंकि पॉइंट्स बड़े क्लीयर ने। उन्होंने साफ कहता कि तीनों कानून वापस ते MSP लिखित रूप में चाहिए है। ये पॉइंट्स तो बड़े क्लीयर ने किसान जथेबंदियां। और इस तो इलावा एक गल हो रहा कि किसान जिहड़े सद्दा आएगा उहदे बारे भी किसान जथेबंदियां ने मीटिंग च भी चर्चा करनी है कि जिहड़ा सद्दा आएगा या किद्दां आएगा, कित्थे जाना है, किन्ने किसान जथेबंदियां दे बंदे उत्थे नुमाइंदे किद्दां जाणगे, बस सवार जाना या जिद्दां पहलां गड्डियां वाली कन्फ्यूजन हुई सी, ये सारा कुछ तय होएगा। जिथे दे आपां जे माहौल की गल करिए रजिंदर, क्योंकि असी रोड ते खड़े आ सिंघू बॉर्डर ते, ते इदां ही गड्डियां दा सिलसिला जिहड़ा है वो आना जाना जिहड़ा हैगा वो इस रोड ते चलदा रहिंदा है। संडे का दिन सीगा पर कल ते काफ़ी रश सीगा, लेकिन हुण थोड़ा जिहा रश घटिया। ट्रालियां की तादाद वधी है पहलां तो, क्योंकि शहीदी जोड़ मेल तो बाद भी जिहड़े संगतां ने वो सिंघू बॉर्डर वल कूच कर रही ने। और मीटिंग का भी तुहानूं जरूर ब्यौरा दसांगे कि मीटिंग विच की रहा। एक बार मीटिंग शुरू हो जाए उस तो बाद तुहानूं मीटिंग का भी एक प्रॉपर दसांगे कि मीटिंग की चर्चा की हुई है, किन्ने किसान आगू मीटिंग भी जाणगे ते रणनीति मीटिंग च की रहेगी। जी रजिंदर। ठीक उमेश, तुहाडे कोल वापस आवांगे। सो हुण तो कुछ समा बाद तकरीबन 1 घंटे बाद किसान आगू पंजाब दे किसान जथेबंदियां जड़ियां ने वो मीटिंग करन जा रही ने। कल केंद्र सरकार दे नाल एक बार फिर मीटिंग हो सकती है। 5 मीटिंगां हो चुकियां ने। 6वीं मीटिंग अमित शाह दे नाल होई सी, लेकिन कोई नतीजा नहीं निकलिया। सरकार ये कह रही है, केंद्र सरकार वालों कहा जा रहा है कि ठीक है असीं तैयार हाँ सोध लई, जिन्ना चीज़ां नूं लैके तुहानूं दिक्कतां ने खेती कानूनां विच असीं सोध कर दिंदे हां, लेकिन किसान
ਜਿਹੜੇ ਨੇ ਉਹ ਡਟੇ ਹੋਏ ਨੇ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਅਸੀਂ ਅੰਦੋਲਨ ਜਾਰੀ ਰੱਖਾਂਗੇ। ਇਸ ਵਿਚਾਲੇ ਗੱਲਬਾਤ ਦੇ ਜ਼ਰੀਏ ਮਸਲੇ ਦੇ ਹੱਲ ਕੱਢਣ ਦੀ ਕੋਸ਼ਿਸ਼ ਔਰ ਇੱਕ ਵਾਰ ਫਿਰ ਗੱਲਬਾਤ ਹੋ ਸਕਦੀ ਹੈ ਕੱਲ। ਹਾਲਾਂਕਿ ਇੰਤਜ਼ਾਰ ਹੈ, ਹਾਲੇ ਵੀ केंद्र सरकार ने रस्मी सद्दा हाले तक नहीं भेजा है। किसानों ने कहा है कि ਅਸੀਂ ਕੱਲ ਤਿਆਰ ਹਾਂ ਮੀਟਿੰਗ ਲਈ, लेकिन केंद्र सरकार ਦੇ रस्मी सद्दे ਦਾ ਹਾਲੇ इंतजार हो रहा है। उस तो पहला किसान जथेबंदियां मीटिंग करन जा रही है। इधर पंजाब बीजेपी का वफद थोड़ी देर डीजीपी नाल मुलाकात करेगा। डीजीपी ਨੂੰ शिकायत की जाएगी बीजेपी प्रधान अश्विनी शर्मा ਵੱਲੋਂ। 25 तारीख ਨੂੰ दरअसल बठिंडा विखे ਜਿਹੜਾ ਸਮਾਗਮ ਹੋਣਾ ਸੀ बीजेपी ਦਾ ਵਿਰੋਧ ਹੋਇਆ ਅਤੇ ਸਮਾਗਮ ਨਹੀਂ ਹੋਣ ਦਿੱਤਾ ਗਿਆ ਸੀ, ਟੈਂਟ ਤੋੜ ਦਿੱਤੇ ਗਏ ਸੀ। बीजेपी ਦੇ ਸਮਾਗਮਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। बीजेपी ਦੇ ਪ੍ਰੋਗਰਾਮਾਂ ਦਾ ਵਿਰੋਧ ਹੋਣ ਤੇ ਅਸ਼ਵਨੀ ਸ਼ਰਮਾ ਭੜਕਿਆ ਅਤੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਨਾਂ ਤੇ ਗੁੰਡਾਗਰਦੀ ਹੋ ਰਹੀ ਹੈ। सब कुछ कांग्रेस के इशारे ते हो रहा है। कांग्रेस ते गंभीर इल्जाम लाया ते अपनी शिकायत लैके डीजीपी दिनकर गुप्ता नूं मिलन पहुंच रहे ने पंजाब बीजेपी प्रधान अश्विनी शर्मा। हुण तो कुछ ही समा बाद मिलन दा समा मिलिया है अते उस तो बाद गवर्नर कोल भी जाण दी तैयारी है पंजाब बीजेपी दे वफद दी। मनोज राठी ज्यादा जानकारी दे नाल जुड़ चुके ने। मनोज, 12:30 ਵਜੇ ਦਾ ਸਮਾਂ ਮਿਲਿਆ ਹੈ। ਡੀਜੀਪੀ ਦਿਨਕਰ ਗੁਪਤਾ ਦੇ ਨਾਲ ਮੁਲਾਕਾਤ ਕਰਨਗੇ ਅਸ਼ਵਨੀ ਸ਼ਰਮਾ ਅਤੇ ਸ਼ਿਕਾਇਤ ਕੀਤੀ ਜਾਏਗੀ। ਬਿਲਕੁਲ ਰਜਿੰਦਰ, ਅਸ਼ਵਨੀ ਸ਼ਰਮਾ ਤੇ ਹੋਰ ਜਿਹੜੇ ਲੀਡਰ ਹੈ ਬੀਜੇਪੀ ਦੇ ਅੱਜ 12:30 ਵਜੇ ਪੰਜਾਬ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਣਗੇ ਤੇ ਉਹਨਾਂ ਦਾ ਇਹੀ ਜਿਹੜਾ ਐਲੀਗੇਸ਼ਨ ਹੈ ਕਿ ਹੁਣ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ, ਜਿਹੜੇ ਬੀਜੇਪੀ ਸਪੋਰਟਰ ਨੇ ਹੋਰ ਜਿਹੜੇ ਲੀਡਰਸ ਹੈ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਹੈ। ਯਾਨੀ ਕਿ ਜਿਹੜਾ ਵੀ ਉਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਉੱਥੇ ਕੋਈ ਹੁੰਦਾ ਤਾਂ ਬੀਜੇਪੀ ਤੇ ਪਥਰਾਵ ਵੀ ਕੀਤਾ ਜਾਂਦਾ, ਉਹਨਾਂ ਤੇ ਹਮਲੇ ਹੋ ਰਹੇ, ਉਹਨਾਂ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਤੇ ਹਮਲੇ ਹੋ ਰਹੇ, ਜਿਹਨੂੰ ਲੈ ਕੇ ਲਾਅ ਐਂਡ ਆਰਡਰ ਜਿਹੜਾ ਆਪਾਂ ਗੱਲ ਕਰੀਏ ਪੰਜਾਬ ਦੀ ਉਹ ਖਰਾਬ ਹੁੰਦੀ ਜਾ ਰਹੀ, ਜਿਹਦੇ ਕਰਕੇ ਅੱਜ ਪੰਜਾਬ ਡੀਜੀਪੀ ਨਾਲ ਉਹ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਮੀਡੀਆ ਨਾਲ ਵੀ ਗੱਲਬਾਤ ਕਰਨਗੇ। ਲੇਕਿਨ ਇਹਦੇ ਵਿੱਚ ਕਈ ਚੀਜ਼ਾਂ ਨੇ, ਇਹਦੇ ਵਿੱਚ ਰਜਿੰਦਰ ਕਈ ਗੱਲਾਂ ਨੇ ਕਿ ਜਿਹੜੇ ਹੁਣ ਕਿਸਾਨ ਜਿਹੜਾ ਸੰਘਰਸ਼ ਚੱਲ ਰਿਹਾ, ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਹਦੇ ਵਿੱਚ ਇਹਨਾਂ ਦਾ ਸਾਫ਼ ਤੌਰ ਤੇ ਐਲੀਗੇਸ਼ਨ ਹੈ। ਇਹਨਾਂ ਦੇ ਜਿਹੜੇ ਲੀਡਰਸ ਹੈ ਉਹ ਵੀ ਉਹਨਾਂ ਕੱਲ ਗੌਤਮ ਜਿਹੜੇ ਹੈਗੇ ਪੰਜਾਬ ਦੇ ਪ੍ਰਭਾਰੀ ਬਣਾਏ ਗਏ ਨੇ, ਦੁਸ਼ਯੰਤ ਗੌਤਮ, ਉਹਨਾਂ ਦੇ ਵੀ ਇਹ ਸਾਫ਼ ਤੌਰ ਤੇ ਕਿਹਾ ਸੀਗਾ ਕਿ ਇਹ ਜਿਹੜਾ ਖੂਨ ਖਰਾਬਾ ਕਰਵਾਇਆ ਜਾ ਰਿਹਾ ਹੈ ਇਹ ਕਾਂਗਰਸ ਜਿਹੜੀ ਹੈ ਉਹ ਕਰਾ ਰਹੀ ਹੈ। ਹਾਲਾਂਕਿ ਹੁਣ ਸਾਡੀ ਸੁਖਜਿੰਦਰ ਰੰਧਾਵਾ ਜਿਹੜੇ ਕੈਬਨਿਟ ਮਿਨਿਸਟਰ ਉਹਨਾਂ ਨਾਲ ਗੱਲਬਾਤ ਹੋਈ ਹੈ, ਉਹਨਾਂ ਤੋਂ ਅਸੀਂ ਇਹ ਕੁਐਸਚਨ ਪੁੱਛਿਆ ਕਿ ਜਿਹੜੀ ਬੀਜੇਪੀ ਹੈ ਉਹ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਕਾਂਗਰਸ ਜਿਹੜੀ ਹੈ ਉਹ ਇਹ ਸਾਰੇ ਹਮਲੇ ਕਰਾ ਰਹੀ ਹੈ। ਇਸ ਤੇ ਜਿਹੜੇ ਐਲੀਗੇਸ਼ਨ ਕਾਫੀ ਪੰਜਾਬ ਲਗਾ ਤੇ ਉਹਨਾਂ ਦਾ ਵੀ ਇਹ ਸਾਫ਼ ਤੌਰ ਤੇ ਕਹਿਣਾ ਹੈ ਕਿ ਹੁਣ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਬੀਜੇਪੀ ਜਿਹੜੀ ਹੈਗੀ ਉਹ ਗਲਤ ਇਹ ਲੋਕਾਂ ਦਾ ਪ੍ਰਚਾਰ ਕਰ ਰਹੀ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ, ਲੇਕਿਨ ਹੁਣ ਇਹ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ। ਠੀਕ, ਯਾਨੀ ਕਿ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਹੈ ਔਰ ਇਸ ਵਿਚਾਲੇ ਅਸ਼ਵਨੀ ਸ਼ਰਮਾ ਡੀਜੀਪੀ ਦਰਬਾਰ ਪਹੁੰਚ ਰਹੇ ਹਨ। ਡੀਜੀਪੀ ਦਿਨਕਰ ਗੁਪਤਾ ਨੂੰ ਸ਼ਿਕਾਇਤ ਕੀਤੀ ਜਾਏਗੀ ਜਿਹੜਾ ਬੀਜੇਪੀ ਦੇ ਪ੍ਰੋਗਰਾਮਾਂ ਦਾ ਵਿਰੋਧ ਹੋ ਰਿਹਾ ਹੈ। ਸ਼ੁਕਰੀਆ ਮਨੋਜ, ਤੁਹਾਡੇ ਕੋਲ ਵਾਪਸ ਆਵਾਂਗੇ। ਹੋਰ ਬਠਿੰਡਾ ਵਿਖੇ ਇਹ ਤਸਵੀਰਾਂ, ਦੂਜੀ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ, 25 ਤਾਰੀਖ ਨੂੰ ਬਠਿੰਡਾ ਵਿਖੇ ਪ੍ਰੋਗਰਾਮ ਹੋਣਾ ਸੀ ਬੀਜੇਪੀ ਦਾ, लेकिन उस तो पहला ही कुछ लोग इत्थे पहुंच गए, तोड़फोड़ की, टेंट तोड़ दिते गए, कुर्सियां तोड़ दी गई और 30 तो 40 लोगों खिलाफ, अणपछाते लोगों खिलाफ मामला दर्ज होया। लेकिन पंजाब बीजेपी प्रधान अश्विनी शर्मा लगातार कहते आ रहे हैं, कांग्रेस से इल्जाम ला रहे हैं कि कांग्रेस की शह ते गुंडागर्दी हो रही है और बाय नेम पर्चा क्यों नहीं दर्ज किया गया और अपनी शिकायतों को लैके डीजीपी दिनकर गुप्ता नूं मिलण पहुंच रहे हैं। हुण तो कुछ ही मिनटां बाद अश्विनी शर्मा ਇਹ ਬਠਿੰਡਾ ਦੀਆਂ ਤਸਵੀਰਾਂ ਸਨ 25 ਤਾਰੀਖ ਦੀਆਂ, ਜਿੱਥੇ ਬੀਜੇਪੀ ਦੇ ਪ੍ਰੋਗਰਾਮ ਦਾ ਵਿਰੋਧ ਹੋਇਆ। ਉਧਰ ਖੇਤੀ ਕਾਨੂੰਨ ਨੂੰ ਲੈ ਕੇ ਕਿਸ ਕਦਰ ਗੁੱਸਾ ਵੱਧ ਰਿਹਾ ਹੈ। ਕਰਨਾਲ ਦੇ ਬਾਸਾ ਪਿੰਡ ਵਿੱਚ ਬੀਜੇਪੀ ਅਤੇ ਜੇਜੇਪੀ ਆਗੂਆਂ ਦੀ ਐਂਟਰੀ ਹੀ ਬੈਨ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਕੋਈ ਸਿਆਸੀ ਆਗੂ ਪਿੰਡ ਵਿੱਚ ਆਇਆ ਤਾਂ ਉਸ ਦੀ ਬੇਇੱਜ਼ਤੀ ਕੀਤੀ ਜਾਏਗੀ। ਪਿੰਡ ਵਾਸੀਆਂ 'ਚ ਕਿਸਾਨ ਅੰਦੋਲਨ ਪ੍ਰਤੀ ਕੇਂਦਰ ਦੇ ਰਵੱਈਏ ਨੂੰ ਲੈ ਕੇ ਗੁੱਸਾ, ਇਸ ਲਈ ਬੀਜੇਪੀ ਅਤੇ ਜੇਜੇਪੀ ਦੇ ਆਗੂਆਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ, ਜਿਨ੍ਹਾਂ ਦੀ ਹਰਿਆਣਾ ਵਿੱਚ ਸਰਕਾਰ ਹੈ। और करनाल तो हिमांशु नारन ज्यादा जानकारी दे नाल जुड़ चुके हैं। हिमांशु, की कुछ कहना है बासा पिंड के लोगों का, बीजेपी ते जेजेपी आगुआ दी एंट्री बंद? जी बिल्कुल, ये सिर्फ बासा गांव की तस्वीर नहीं है, ऐसे करनाल के 5-6 गांव और हैं जहां पर विरोध प्रदर्शन देखने को मिल रहा है, गुस्सा देखने को मिल रहा है।
जेजेपी के नेताओं के खिलाफ, बीजेपी के नेताओं के खिलाफ। और जो भी एंट्री है गांव की, क्योंकि 3-4 गेट होते हैं गांव की एंट्री के अलग अलग जगह से, वहां पर सभी जगह ऐसे बोर्ड, ऐसे बैनर चिपका दिए गए हैं कि अगर बीजेपी के नेता या बीजेपी के नेता गांव में एंट्री करते हैं तो फिर उनकी खुद की जिम्मेदारी होगी और उनकी यहाँ पर फजीहत भी की जाएगी और उनका काले झंडे दिखाकर विरोध भी किया जाएगा। हालांकि गेट जो जहाँ से एंट्री होती है वहां पर गांव के जो लोग हैं वो बैठे भी रहते हैं पूरा दिन पूरी रात, ताकि किसी भी नेता की एंट्री ना हो सके। कहीं ना कहीं एक गुस्सा देखने को मिल रहा है, एक रोष देखने को मिल रहा है। हिमांशु, साफ तस्वीरों में हम देख पा रहे हैं बैनर लगे हुए, भारतीय किसान यूनियन की तरफ से ये बैनर लगाए गए हैं। और हिमांशु, इस पर बीजेपी और जेजेपी के कोई स्थानिक नेता का कोई बयान आया? देखिए, बीजेपी के नेता हों या जेजेपी के नेता हों, इस समय गांवों में जाने से भी डर रहे हैं, कतरा रहे हैं और शहरों में भी कोई प्रोग्राम नहीं हो रहा है। हालांकि पिछले दिनों एक SYL को लेकर प्रोग्राम जरूर किया गया था, एक उपवास जरूर रखा गया था, लेकिन वहां पर भी विरोध प्रदर्शन किसानों की तरफ से देखने को मिला था। कहीं ना कहीं किसानों में, आम जन में इस समय एक रोष और एक गुस्सा है, जिसके चलते इस तरीके के जो प्रोग्राम है जो नेताओं की तरफ से रखे जाते हैं, या गांव की बात की जाए या किसी हल्के की बात की जाए, तो वहां पर जाने से कतरा रहे हैं। क्योंकि पिछले दिनों जब असम का ही एक गांव था जहां पर सांसद संजय भाटिया के बेटे किसी सामाजिक कार्यक्रम में गए थे, वहां पर किसानों ने उनका विरोध कर दिया था, काले झंडे दिखा दिए थे। तो ऐसे कार्यक्रमों से फिलहाल बीजेपी के नेता और जेजेपी के नेता बचते हुए नजर आ रहे हैं, ताकि उन्हें ऐसे विरोध का सामना ना करना पड़े। ठीक, शुक्रिया हिमांशु तमाम जानकारी के लिए। बासा पिंड दिया ਇਹ ਤਸਵੀਰਾਂ, ਬਾਸਾ ਪਿੰਡ ਦੇ ਬਾਹਰ ਦੀਆਂ ਤਸਵੀਰਾਂ, ਕਿਸ ਤਰ੍ਹਾਂ ਐਂਟਰੀ ਤੇ ਹੀ ਇੱਕ ਬੈਨਰ ਲਗਾਇਆ ਗਿਆ ਹੈ ਕਿ ਬੀਜੇਪੀ ਅਤੇ ਜੇਜੇਪੀ ਆਗੂ ਇਸ ਪਿੰਡ ਵਿੱਚ ਐਂਟਰ ਨਹੀਂ ਕਰ ਸਕਦੇ। ਖੇਤੀ ਕਾਨੂੰਨਾਂ ਖਿਲਾਫ ਲੋਕਾਂ ਦਾ ਗੁੱਸਾ, ਭਾਰਤੀ ਕਿਸਾਨ ਯੂਨੀਅਨ ਦਾ ਸੱਦਾ ਹੋ ਰਹੇ ਬੋਰਡ ਲਗਾ ਦਿੱਤੇ ਗਏ ਨੇ। ਖਬਰਾਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਅਤੇ ਕੜਾਕੇ ਦੀ ਠੰਡ ਵਿੱਚ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਟਿਕਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਅਰਧ ਨਗਨ ਹਾਲਤ ਵਿੱਚ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਟਿਕਰੀ ਬਾਰਡਰ ਦੇ ਉੱਤੇ ਅਸੀਂ ਮੌਜੂਦ ਹਾਂ, ਪ੍ਰਦਰਸ਼ਨ ਹੋ ਰਿਹਾ ਹੈ, ਨੰਗੇ ਦਲ ਪ੍ਰਦਰਸ਼ਨ ਕਰ ਰਹੇ ਨੇ। ਮੀਟਿੰਗ ਹੋਣ ਦੀ ਸੰਭਾਵਨਾ ਕਹਿ ਰਹੇ ਨੇ ਕਿ ਸ਼ਾਇਦ ਸਰਕਾਰ ਤੋਂ ਸੱਦਾ ਆ ਜਾਏ। ਤੁਸੀਂ ਪ੍ਰਦਰਸ਼ਨ ਕਰ ਰਹੇ ਹੋ, ਕੁਝ ਕਹਿਣਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਜੀ ਇਹੀ ਸਾਡਾ ਤਾਂ ਸੱਦਾ ਹੈ, ਜੋ ਵੀ ਆਪਣੇ ਕਾਨੂੰਨ ਹੈ ਜੇ ਤਾਂ ਉਹ ਵਾਪਸ ਲਏਗੀ ਫਿਰ ਤੋਂ ਅਸੀਂ ਇਹ ਪ੍ਰਦਰਸ਼ਨ ਰੋਸ ਖਤਮ ਕਰਾਂਗੇ, ਜੇ ਨਹੀਂ ਰੱਦ ਕਰੇਗੀ ਇਸੇ ਤਰ੍ਹਾਂ ਚੱਲਦਾ ਰਹੂਗਾ ਜੀ। ਐਵੇਂ ਦਾ ਪ੍ਰਦਰਸ਼ਨ ਕਰਨ ਦੀ ਨੌਬਤ ਕਿਉਂ ਆਈ ਆ? ਨੌਬਤ ਇਹ ਤਾਂ ਆਈ ਹੈ, ਬੀਜੇਪੀ ਦੇ ਕੁਝ ਚਮਚੇ ਸਾਡੇ ਬਾਰੇ ਬਕਵਾਸ ਕਰ ਰਹੇ ਸੀ ਵੀ ਆ ਕਿਸਾਨ ਇਹ ਅੱਤਵਾਦੀ ਆ, ਇਹ ਜਦੋਂ ਠੰਡ ਵੱਧ ਗਈ ਚਲੇ ਜਾਣਗੇ। ਇਹਨਾਂ ਨੂੰ ਇਹ ਵਹਿਮ ਕੱਢਣਾ ਸੀ ਠੰਡ ਵਾਲਾ ਵੀ ਤੁਸੀਂ ਇਹ ਗੱਲਾਂ ਆਪਦੀਆਂ ਬਕਵਾਸਬਾਜ਼ੀ ਕਰਨੀ ਬੰਦ ਕਰ ਦਿਓ, ਇਹ ਠੰਡ ਸਾਨੂੰ ਕੁਝ ਨਹੀਂ ਕਰ ਸਕਦੀ। ਜਦੋਂ ਸਾਡੇ ਜਿਹੜੇ ਗੁਰੂ ਸਾਹਿਬਾਨ ਆ, ਉਹਨਾਂ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਆ, ਉਹਨਾਂ ਨੇ ਠੰਡ ਤੋਂ ਹੀਨ ਨਹੀਂ ਮੰਨੀ। ਇਹ ਦਿੱਲੀ ਦੀ ਸਾਡੇ ਮੂਹਰੇ ਔਕਾਤ ਕੀ ਆ? ਇਹਨਾਂ ਦੇ ਵਹਿਮ ਕੱਢਣ ਵਾਸਤੇ ਸ਼ਰਟਾਂ ਲਾਈਆਂ ਸੀ। ਪਹਿਲੇ ਦਿਨ ਸਾਡਾ ਇੱਕ ਮੁੰਡਾ ਗਿਆ ਸੀ, ਦੂਜੇ ਦਿਨ ਅਸੀਂ 4 ਹੋ ਗਏ। ਹੁਣ ਆ ਦੇਖ ਲਓ ਕਾਫਲਾ ਤੁਹਾਡੇ ਸਾਹਮਣੇ ਕਿੱਡਾ ਵੱਡਾ ਹੋ ਗਿਆ। ਦਿਨ ਦੋ ਦਿਨ ਇਹਦੀ ਗਿਣਤੀ ਵੱਧਦੀ ਜਾਣੀ ਹੈ। ਅਸੀਂ ਉਹਨੇ ਦਿਨ ਇੱਥੇ ਆਉਣਾ ਬੰਦ ਨਹੀਂ ਕਰਨਾ ਜਿੰਨੇ ਦਿਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਸਰਕਾਰ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਲੱਗਦੀ ਹੈ, ਹੋ ਸਕਦਾ ਹੈ ਕਿ ਸ਼ਾਇਦ ਅੱਜ ਸੱਦਾ ਆ ਜਾਏ। ਕੁਝ ਕਹਿਣਾ ਚਾਹੋਗੇ? ਮੰਗਾਂ ਕੀ ਨੇ? हमें सरकार पर अभी कुछ भरोसा नहीं रहा है। मोदी तो पहले ही हमें गोली देता है, कभी 15 लाख देंगे, किसानों का कर्जा माफ करेंगे। बार बार यही नरेंद्र मोदी किसान विरोधी बार बार किसानों को यहाँ पे तड़फा के मारना ही चाहता है। 33वां दिन हो गया ਅੱਜ ਧਰਨੇ ਦਾ ਤੇ ਬਹੁਤ ਸਾਰੇ ਅਸੀਂ ਦੇਖਿਆ ਕਿ ਬਜ਼ੁਰਗ ਵੀ ਪਹਿਲੇ ਦਿਨੋਂ ਬੈਠੇ ਹੋਏ ਨੇ। ਕੁਝ ਕਹਿਣਾ ਚਾਹੋਗੇ? ਤਿੰਨੇ ਬਿੱਲ ਰੱਦ ਕਰਾ ਕੇ ਜਾਵਾਂਗੇ। ਤਿੰਨੇ ਬਿੱਲ ਨੇ ਜਿਹੜੇ ਉਹ ਰੱਦ ਕਰਾ ਕੇ ਜਾਵਾਂਗੇ, ਇਹੀ ਮੰਗ ਕੀਤੀ ਜਾ ਰਹੀ ਹੈ। ਤੇ ਇੱਕ ਵੱਖਰੀ ਕਿਸਮ ਦਾ ਪ੍ਰਦਰਸ਼ਨ ਤੁਸੀਂ ਦੇਖ ਰਹੇ ਹੋ ਕਿ ਇੱਕ ਵੱਖਰੀ ਕਿਸਮ ਦਾ ਪ੍ਰਦਰਸ਼ਨ, ਨੰਗੇ ਧੜ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਜਦ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਕਿ ਕੋਈ ਜਦ ਉਹਨਾਂ ਨੂੰ ਸਿੱਖ ਧਰਮ ਛੱਡਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ, ਉਹਨਾਂ ਨੇ ਨਹੀਂ ਮੰਨਿਆ, ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਸੀ। ਤਾਂ ਸਾਨੂੰ ਵੀ ਕਈ ਠੰਡ ਕੁਛ ਨਹੀਂ ਕਹਿੰਦੀ, ਇਹ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ। ਟਿਕਰੀ ਬਾਰਡਰ ਤੋਂ ਕੈਮਰਾਮੈਨ ਲਾਲਤਾ ਪ੍ਰਸ਼ਾਦ ਦੇ ਨਾਲ ਅਰਸ਼ਦੀਪ ਅਰਸ਼ੀ, ਨਿਊਜ਼ 18।
33ਵਾਂ ਦਿਨ ਅੱਜ ਕਿਸਾਨਾਂ ਦੇ ਧਰਨੇ ਦਾ ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਡਟੇ ਹੋਏ ਨੇ। ਕੜਾਕੇ ਦੀ ਠੰਡ ਦੇ ਬਾਵਜੂਦ ਪ੍ਰਦਰਸ਼ਨ ਕੀਤਾ ਜਾ ਰਿਹਾ, ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਉਹਨਾਂ ਦੀ ਸਹੂਲਤ ਲਈ तमाम ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ। ਮੌਸਮ ਦੇ ਲਿਹਾਜ਼ ਨਾਲ ਕਿਸਾਨਾਂ ਨੂੰ ਬੂਟ ਵੀ ਵੰਡੇ ਗਏ। ਸਿੰਘੂ ਬਾਰਡਰ ਤੇ ਕਿਸੇ ਚੀਜ਼ ਦੀ ਘਾਟ ਨਹੀਂ, ਚਾਹੇ ਗਰਮ ਕੱਪੜੇ ਹੋਣ, ਵਾਰਮਰ ਹੋਣ, ਕਿਸੇ ਵੀ ਚੀਜ਼ ਦੀ ਘਾਟ ਨਹੀਂ। ਔਰ ਇਸੇ ਕੜੀ ਵਿੱਚ ਜੁੱਤੇ ਜਿਹੜੇ ਹੈਗੇ ਯਾਨੀ ਕੋਈ ਨੰਗੇ ਪੈਰ ਨਾ ਰਹੇ, ਕਿਉਂਕਿ ਅੰਦੋਲਨ ਜਿਹੜਾ ਚੱਲ ਰਿਹਾ ਉਹਦੇ ਵਿੱਚ ਚੱਲਣਾ ਹੀ ਬਹੁਤ ਪੈਂਦਾ ਹੈ। ਇਸੇ ਕਰਕੇ ਇੱਥੇ ਜਿਹੜੇ ਸ਼ੂਜ਼ ਨੇ, ਜੁੱਤੇ ਨੇ ਜਿਹੜੇ, ਉਹ ਵੀ ਵੰਡੇ ਜਾ ਰਹੇ ਨੇ। ਜੇ ਆਪਾਂ ਗੱਲ ਕਰੀਏ, ਇਹ ਇੱਕ ਕਿਸਾਨ ਜਥੇਬੰਦੀ ਹੈ BKU ਕਾਦੀਆਂ ਵੱਲੋਂ, ਉੱਥੇ ਇਹਨਾਂ ਨੇ ਇਹ ਸ਼ੂਜ਼ ਵੰਡ ਰਹੇ ਨੇ। ਸਵੇਰ ਤੋਂ ਇਹ ਜਿਹੜਾ ਲੰਗਰ ਹੈ ਉਹ ਚੱਲ ਰਿਹਾ ਸੀ, ਹੁਣ ਵੀ ਕੰਟੀਨਿਊ ਹੈ। ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਉਹਨਾਂ ਦੇ ਜਿਹੜੇ ਸ਼ੂਜ਼ ਦਾ ਹਿਸਾਬ ਹੈ, ਜਿਹੜੇ ਉਹਨਾਂ ਦੇ ਨੰਬਰ ਨੇ, ਉਹਨਾਂ ਦੇ ਹਿਸਾਬ ਨਾਲ ਚੱਪਲਾਂ ਤੇ ਜੁੱਤੇ ਵੀ ਪ੍ਰੋਵਾਈਡ ਕੀਤੇ ਜਾ ਰਹੇ ਨੇ। ਇਹ ਸਵੇਰ ਦੇ ਇਹਨਾਂ ਦੇ ਟੀਮ ਦੇ ਮੈਂਬਰ ਇੱਥੇ ਲੱਗੇ ਹੋਏ ਨੇ, ਕਿਉਂਕਿ ਕਈ ਕਿਸਾਨ ਜਿਹੜੇ ਨੇ ਕਈ ਚੱਪਲਾਂ ਵਿੱਚ ਆਏ ਨੇ ਤੇ ਠੰਡ ਦਾ ਟਾਈਮ ਹੈ, ਇਸ ਲਈ ਉਹਨੂੰ ਜੁੱਤੇ ਦੇਣੇ ਜ਼ਰੂਰੀ ਨੇ। ਗੱਲ ਵੀ ਕਰਾਂਗੇ ਕਿ ਇਹ ਕੰਟੀਨਿਊ ਜਿਹੜੀ ਹੈਗੀ ਮੁਹਿੰਮ ਕਦੋਂ ਚੱਲ ਰਹੀ ਹੈ। ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪੈਕਟ ਜਿਹੜੇ ਹੈ ਇੱਥੇ ਲਿਆ ਕੇ ਇਹਨਾਂ ਨੇ ਸਪੈਸ਼ਲ ਇੱਕ ਟੈਂਟ ਲਾ ਕੇ ਇਹ ਸ਼ੂਜ਼ ਜਿਹੜੇ ਹੈਗੇ ਨੇ ਕਿਸਾਨਾਂ ਨੂੰ ਜੁੱਤੇ ਵੰਡੇ ਜਾ ਰਹੇ ਨੇ। ਕੋਈ ਵੀ ਇੱਥੇ ਆ ਸਕਦਾ ਹੈ ਤੇ ਆਪਣੇ ਨੰਬਰ ਦੱਸ ਕੇ ਜੁੱਤੇ ਲੈ ਜਾ ਸਕਦਾ ਹੈ। ਔਰ ਕਾਫੀ ਸਵੇਰ ਤੋਂ ਹੀ ਇੱਥੇ ਲੱਗੇ ਹੋਏ ਨੇ। ਸਾਡੇ ਨਾਲ ਗੱਲ ਵੀ ਕਰਾਂਗੇ ਕਿ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਿੱਕੀ ਬਰਾੜ ਹੈ ਜੀ। ਰਿੱਕੀ ਜੀ, ਸਵੇਰ ਤੋਂ ਤੁਸੀਂ ਸ਼ੂਜ਼ ਜਿਹੜੇ ਵੰਡ ਰਹੇ ਨੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ, ਇਹ ਪਹਿਲਾਂ ਵੀ ਮੇਰੇ ਖਿਆਲ ਤੁਸੀਂ ਇੱਕ ਵਾਰ ਹੋਰ ਇਹ ਸੇਵਾ ਕਰ ਚੁੱਕੇ ਹੋ? ਨਹੀਂ ਜੀ, ਇਹ 5ਵੀਂ ਵਾਰ ਹੈ ਜੀ। ਪਹਿਲਾਂ 4 ਵਾਰ ਪਹਿਲਾਂ ਕਰਕੇ, ਪਹਿਲਾਂ 200 ਸ਼ੂ ਤੋਂ ਸਟਾਰਟ ਕੀਤਾ ਸੀਗਾ ਜੀ। ਫਿਰ ਸਾਨੂੰ ਇੱਥੇ ਆ ਕੇ ਮਤਲਬ ਕਿ ਫੇਰ ਪਤਾ ਲੱਗਿਆ ਜਦੋਂ ਅਸੀਂ ਬਾਈ ਹਰਮੀਤ ਕਾਦੀਆਂ ਜੀ ਨਾਲ ਆਏ, ਤਾਂ ਉਹ ਕਹਿੰਦੇ ਵੀ ਇੱਥੇ ਲੋੜ ਹੈ। ਫਿਰ ਅਸੀਂ ਮਤਲਬ 500 ਸ਼ੂ ਲੈ ਕੇ ਆਏ। ਫਿਰ ਅਸੀਂ ਟੀਚਾ ਰੱਖ ਲਿਆ ਜੀ 5000 ਸ਼ੂ ਦਾ। 5000 ਸ਼ੂ ਅਸੀਂ ਕੰਪਲੀਟ ਕਰਤਾ ਜੀ ਪਿਛਲੇ ਫੇਸ 'ਚ। ਹੁਣ ਨਵਾਂ ਟਾਰਗੇਟ ਹੈ ਸਾਡਾ 5000 ਸ਼ੂ ਦਾ। ਉਹਦੇ ਵਿੱਚ ਪਹਿਲਾ ਜਿਹੜਾ ਸੀਗਾ 1200 ਸ਼ੂ ਅੱਜ ਲੈ ਕੇ ਆਏ ਜੀ। ਮਤਲਬ ਸਾਡੇ ਕੋਲ ਮਤਲਬ ਸਾਰਾ ਦਿਨ ਹੋ ਗਿਆ ਜੀ, ਅਜੇ ਵੀ ਬਹੁਤ ਸ਼ੂਜ਼ ਪਏ ਆ। ਲੋੜ ਜਿੰਨੇ ਲੋੜਵੰਦ ਲੋਕ ਆ ਉਹਨਾਂ ਨੂੰ ਬੁਲਾਇਆ ਜਾਂਦਾ ਜੀ, ਉਹਨਾਂ ਨੂੰ ਬਿਠਾਇਆ ਜਾਂਦਾ, ਸਾਈਜ਼ ਦੇਖ ਕੇ ਉਹਨਾਂ ਦੇ ਸ਼ੂ ਪਵਾਇਆ ਜਾਂਦਾ ਜੀ ਕੰਟੀਨਿਊ। ਕਿਉਂਕਿ ਇੱਥੇ ਇਹ ਚੀਜ਼ ਹੈ, ਕਿਉਂਕਿ ਠੰਡ ਦਾ ਟਾਈਮ ਹੈ, ਜੁੱਤੇ ਚੱਪਲ ਜਿਹੜੇ ਹੈਗੇ ਨੇ ਉਹ ਬਹੁਤ ਇੰਪੋਰਟੈਂਟ ਗੱਲ ਕਰਦੇ ਨੇ। ਇੱਕ ਕਿਸਾਨ ਆਏ ਨੇ, ਗੱਲ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਆਏ? ਅਸੀਂ ਕੁਰੂਕਸ਼ੇਤਰ ਜ਼ਿਲ੍ਹਾ ਜੀ। ਅੱਛਾ। ਤੇ ਚੱਪਲਾਂ ਤੁਸੀਂ ਹੁਣ ਜੁੱਤੇ ਤੁਹਾਨੂੰ ਮਿਲ ਰਹੇ ਨੇ? ਹਾਂਜੀ, ਜੁੱਤੇ ਮਿਲ ਗਏ ਆ ਜੀ। ਬਾਬਾ ਜੀ ਦੀ ਕਿਰਪਾ ਹੈਗੀ ਆ, ਵਾਹਿਗੁਰੂ ਦੀ, ਉਹਨਾਂ ਨੇ ਬਚਾਉਣ ਲੱਗੇ ਆ। ਤਾਂ ਇਹ ਇੱਕ ਕਹਿ ਲਓ ਕਿ ਇੱਕ ਸੇਵਾ ਕਹਿ ਲਓ। ਔਰ ਕਿਉਂਕਿ ਜਥੇਬੰਦੀਆਂ ਜਿਹੜੇ ਹੈਗੇ ਨੇ ਨੰਬਰ ਪੁੱਛ ਕੇ ਇੱਥੇ ਸਵੇਰ ਤੋਂ ਹੀ ਕਾਫੀ ਭੀੜ ਹੈ। 5ਵੀਂ ਵਾਰ ਇਹ ਜਿਹੜੀ ਹੈਗੀ ਹੈ ਸੇਵਾ ਕੀਤੀ ਜਾ ਰਹੀ ਹੈ। ਇੱਥੇ ਜੁੱਤੇ ਚੱਪਲ ਜਿਹੜੇ ਹੈਗੇ ਨੇ ਉਹ ਪ੍ਰੋਵਾਈਡ ਕਰਾਏ ਜਾ ਰਹੇ ਨੇ ਜਥੇਬੰਦੀਆਂ ਵੱਲੋਂ, ਕਿਉਂਕਿ ਕੋਈ ਵੀ ਕਿਸਾਨ ਹੋਏ ਚਾਹੇ ਕੋਈ ਆਮ ਬੰਦਾ ਹੋਏ, ਉਹਨੂੰ ਇਹ ਜਿਹੜੀ ਸੇਵਾ ਹੈ ਉਹ ਕਰਾਣੀ ਜ਼ਰੂਰੀ ਹੈ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਸਿੰਘੂ ਬਾਰਡਰ, ਦਿੱਲੀ।